दीनानाथ मया करो। शरीर स्वस्थ क्षीण समय सिमरंत नानक राम दामोदर माधवै। नहीं जान जाए कसुरूप रेखं कहाँ वास्ता को फिरे कौन पेखं। कहा नाम ताको कहाँ कह कहावै है। कहा मैं बखानो कहे मुँह न आवे। मुकुचरे शास्त्र खट पिंग गिरन चढ़ जाए। अंध लखै बधरो सुने जो काल कृपा कराए। अंध लखै बधरो सुने जो काल कृपा कराए। परम सन्मान आवर साहिब कमाल बारगाह इनायत के मालक कलयुगी जीवों के उद्धारकर्ता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान मुकद्दस कदमां च विराजमान गुरु प्यारी साध संगत। गुरुदेव जी की महान इनायत का सदका साढ़े सारियां दे सिर ते मेहरमतमई रखे हथ का सदका जीवन विच फिर तो एक दफ़ा गुरु मेहर द्वारा ये महान समा प्राप्त होया कि सानू 8वें गुरु नानक बाला प्रीतम सतगुरु श्री गुरु हरकृष्ण साहिब जी का पावन प्रकाश दिवस मनाउण दा सुहाग समा नसीब होया। और वो भी धन धन गुरु तेग बहादुर धर्म रक्षक सतगुरु नवें पातशाह जी की गोद गुरुद्वारा श्री रकाबगंज साहिब विखे प्राप्त होया है। सतगुरु जी के दर तो निवाजे हुए कीर्तनिया तो विचारवाना तो गुरु महिमा गुरु गायन बड़े प्रेम रस विच आपने सरवण किया है। उस तो उपरंत सत्कारयोग सरना जी ने अज दे महान समागमां दी रूप रेखा और इस पावन 357 साला गुरपुरब दियां वधाइयां आप जी नूं दित्तियां हन। दास तो बाद श्री दरबार साहब जी दे हजूरी कीर्तनीए और गुरु घर दे निवाजे हुए विद्वाना ने आप जी नूं गुरु जस सरवण कराउणा। अज सारा दिन ते देर रात तक ये समागमां दी बख्शिश झोली च पैंदी रहनी है।
ਵਿਚਕਾਰ ਕੁਝ ਸਮਾਂ ਗੁਰੂ ਵਿਚਾਰ ਰਾਹੀਂ ਆਪ ਜੀ ਦੀ ਖਿਦਮਤ ਕਰ ਸਕੀਏ, ਇਕਾਗਰਤਾ, ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਦੀ ਮਹਾਨ ਬਰਕਤ ਦੇ ਮਾਲਕ ਬਾਲਾ ਪ੍ਰੀਤਮ ਸਤਿਗੁਰੂ ਜੀ ਨੇ ਸਾਡੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਿਆ ਹੋਇਆ। ਸਤਿਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਮਾ ਦੇ ਮਾਲਕ ਧੰਨ 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 ਗੁਰੂ ਪਿਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰਾਗ ਮਾਝ ਦੀ ਵਾਰ ਵਿੱਚ ਦੋ ਬੜੇ ਅੰਮ੍ਰਿਤ ਲਬਰੇਜ਼ ਬੋਲ ਹਨ, ਜਿਨ੍ਹਾਂ 'ਚ ਆਪ ਜੀ ਨੇ ਸਤਿਗੁਰੂ ਜੀ ਦੇ 4 ਮਹਾਂ ਗੁਣਾਂ ਦਾ ਜ਼ਿਕਰ ਕੀਤਾ ਹੈ। ਵੈਸੇ ਅਗਰ ਗਹਿਰੀ ਨਜ਼ਰ ਨਾਲ ਦੇਖੀਏ ਤੇ ਗੁਣ ਉਸ ਦੇ ਬੇਅੰਤ ਹਨ। ਬੇਅੰਤਾ ਬੇਅੰਤ ਗੁਣ ਤੇਰੇ ਮਹਾਰਾਜ ਦੀ ਬਾਣੀ ਦਾ ਹੀ ਫਰਮਾਨ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਜ ਭਗਵਾਨਾ। ਉਸ ਦੇ ਗੁਣਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਸ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਨੰਤ ਗੁਣ ਉਸ ਵਿੱਚ ਮੌਜੂਦ ਹਨ। ਉਹ ਮਹਾਂਗੁਣਾਂ ਦਾ ਮਹਾਸਾਗਰ ਹੈ। ਉਸ ਦੇ ਮਹਾਂਗੁਣਾਂ 'ਚੋਂ 4 ਸਿਰਮੌਰ ਗੁਣਾਂ ਦਾ ਜ਼ਿਕਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੁਆਰਾ ਸਾਡੀ ਝੋਲੀ 'ਚ ਪਾਇਆ ਹੈ। ਸਭ ਤੋਂ ਪਹਿਲਾ ਗੁਣ ਆਪ ਬਿਆਨ ਕਰਦੇ ਨੇ, ਗੁਰੂ ਦੇ ਹਿਰਦੇ ਵਿੱਚ ਦੇਣ ਦਾ ਭਾਵ ਹੈ। ਗੁਰੂ ਦਾਤਾ ਹੈ। ਗੁਰੂ ਕੋਲ ਮੰਗਤਾਪਨ ਨਹੀਂ ਹੈ, ਕਿਸੇ ਕੋਲੋਂ ਮੰਗਦਾ ਨਹੀਂ। ਜੋ ਵੀ ਉਸ ਦੇ ਕੋਲ ਆਵੇ ਉਸ ਦੀਆਂ ਝੋਲੀਆਂ ਹਰ ਪ੍ਰਕਾਰ ਦੀਆਂ ਅਨੰਤ ਦਾਤਾਂ ਨਾਲ ਭਰ ਦਿੰਦਾ ਹੈ। ਇਸ ਲਈ ਗੁਰੂ ਨੂੰ ਦਾਤਾ ਆਖਿਆ ਜਾ ਸਕਦਾ ਹੈ। ਦੂਸਰਾ ਮਹਾਂਗੁਣ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੁਆਰਾ ਸੰਸਾਰ ਨੂੰ ਸਾਂਝਾ ਕਰਦੇ ਹੋਏ ਸਮਝਾਇਆ ਕਿ ਗੁਰੂ ਦਾ ਹਿਰਦਾ ਪਰਮ ਸ਼ਾਂਤ ਹਿਰਦਾ ਹੈ। ਗੁਰ ਦਾਤਾ ਗੁਰ ਹਿਵੈ ਘਰ। ਤੇ ਤੀਸਰਾ ਮਹਾਂਗੁਣ ਜੋ ਆਪ ਜੀ ਨੇ ਇੱਥੇ ਜ਼ਿਕਰ ਕੀਤਾ, ਗੁਰੂ ਦੇ ਬਚਨਾਂ ਤੋਂ, ਗੁਰੂ ਦੇ ਜੀਵਨ ਤੋਂ, ਗੁਰੂ ਦੀ ਅੰਮ੍ਰਿਤ ਸਿਧਾਂਤਕ ਸ਼ਕਤੀ ਤੋਂ ਸਾਰੇ ਬ੍ਰਹਿਮੰਡ ਨੂੰ ਚਾਨਣ ਮਿਲ ਰਿਹਾ ਹੈ। ਗੁਰੂ ਸਾਰੇ ਬ੍ਰਹਿਮੰਡ ਦਾ ਚਾਨਣ ਹੈ। ਇੱਕ ਇੱਕ ਬਚਨ ਬੜੇ ਧਿਆਨ ਨਾਲ ਸੁਣਨਾ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਉ ਲੋਏ, ਅਮਰ ਪਦਾਰਥ ਨਾਨਕਾ, ਮਨ ਮਾਨੀਐ ਸੁਖ ਹੋਏ। ਚੌਥਾ ਉਸ ਦਾ ਜੋ ਮਹਾਂਗੁਣ ਹੈ, ਉਸ ਦੇ ਕੋਲ ਅਮਰ ਪਦਾਰਥ ਹੈ। ਅਮਰ ਪਦਾਰਥ ਤੋਂ ਭਾਵ ਜਿਸ ਪਦਾਰਥ ਦੀ ਐਕਸਪਾਇਰੀ ਡੇਟ ਨਹੀਂ ਹੁੰਦੀ, ਜੋ ਪਦਾਰਥ ਕਦੀ ਖਤਮ ਨਹੀਂ ਹੁੰਦਾ ਅਤੇ ਜੋ ਸਦੀਵੀ ਰਹਿੰਦਾ ਹੈ। ਬਾਕੀ ਦੀਆਂ ਸੰਸਾਰੀ ਚੀਜ਼ਾਂ ਨੂੰ ਦੇਖੋਗੇ ਤਾਂ ਇੱਥੇ ਕੁਛ ਵੀ ਸਦੀਵੀ ਨਹੀਂ ਰਹਿੰਦਾ। ਹੋ ਸਕਦਾ ਹੈ ਅੱਜ ਅਸੀਂ
ਇਸ ਅਸਥਾਨ ਤੇ ਹੈਗੇ ਆ ਤੇ ਕੱਲ ਇਸ ਅਸਥਾਨ ਤੇ ਨਾ ਹੋਈਏ। ਭਾਵ ਸਾਡਾ ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਸਾਡਾ ਬੈਠਣਾ ਸਦੀਵੀ ਨਹੀਂ ਹੋਵੇਗਾ, ਔਰ ਜ਼ਿਆਦਾ ਦੇਰ ਤੱਕ ਅਸੀਂ ਇੱਕੋ ਹੀ ਪੋਜੀਸ਼ਨ ਵਿੱਚ ਬੈਠ ਵੀ ਨਹੀਂ ਸਕਦੇ। ਸਾਡੀ ਬੈਠਿਆਂ ਦੀ ਵੀ ਇੱਕ ਪੋਜੀਸ਼ਨ ਨਹੀਂ ਹੈ, ਸਦੀਵੀ ਨਹੀਂ ਹੈ। ਥੋੜ੍ਹੀ ਦੇਰ ਬਾਅਦ ਕੋਈ ਸਾਡਾ ਹੱਥ ਹਿਲ ਜਾਏਗਾ, ਪੈਰ ਹਿਲ ਜਾਏਗਾ, ਪਲ ਪਲ ਵਿੱਚ ਸਾਡੇ ਨੇਤਰਾਂ ਦੀਆਂ ਪਲਕਾਂ ਬਦਲਦੀਆਂ ਰਹਿੰਦੀਆਂ ਨੇ। ਇਹਦਾ ਮਤਲਬ ਸਾਡਾ ਦੇਖਣਾ ਵੀ ਜ਼ਿਆਦਾ ਦੇਰ ਦਾ ਨਹੀਂ ਆਉਂਦਾ, ਅਸੀਂ ਥੋੜ੍ਹੇ ਜਿਹੇ ਚਿਰ ਦੇ ਆਉਂਦੇ ਹਾਂ। ਸਤਿਗੁਰੂ ਜੀ ਨੇ ਸਾਡੇ ਸਾਰੇ ਜੀਵਨ ਨੂੰ ਬੜਾ ਫਲਸਫਾਨਾ ਅੰਦਾਜ਼ ਦਿੰਦੇ ਹੋਏ ਬਿਆਨ ਕੀਤਾ ਹੈ। ਕਹਿੰਦੇ ਨੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨ ਜਾਣਾ। ਇੱਕ ਦਮ ਵੀ ਸਾਡਾ ਪੂਰਾ ਟਿਕਾਓ ਵਿੱਚ ਨਹੀਂ ਰਹਿੰਦਾ, ਅਸੀਂ ਇੱਕ ਦਮ ਵਿੱਚ ਵੀ ਸਦੀਵੀ ਨਹੀਂ ਆ। ਇਸ ਲਈ ਅਮਰ ਸਾਨੂੰ ਨਹੀਂ ਆਖਿਆ ਜਾ ਸਕਦਾ, ਬਲਕਿ ਸਾਹਿਬ ਜੀ ਦਾ ਸਮੁੱਚੇ ਬ੍ਰਹਿਮੰਡ ਨਾਲ ਜੋ ਮਹਾਨ ਖੇਡ ਵਾਪਰਦੀ ਹੋਈ ਆਪ ਨੇ ਦੇਖੀ ਹੈ, ਉਸ ਨੂੰ ਸਾਹਮਣੇ ਦੇਖ ਕੇ ਆਪ ਬਿਆਨ ਕਰਦੇ ਨੇ, ਜੋ ਉਪਜਿਓ ਸੋ ਬਿਨਸਹਿ ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੇ ਸਾੜ ਸਗਲ ਜੰਜਾਲ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਹਨ। ਔਰ ਇਸ ਤੋਂ ਇੱਕ ਭਾਵ ਸਪਸ਼ਟ ਹੋ ਜਾਂਦਾ ਹੈ ਕਿ ਸੰਸਾਰ ਤੇ ਸਦੀਵੀ ਕੁਛ ਵੀ ਨਹੀਂ ਹੈ। ਜਿਤ ਆਸਣ ਹਮ ਬੈਠੇ ਕਿਤੇ ਬੈਸ ਗਿਆ। ਕੁਛ ਵੀ ਸਦੀਵੀ ਨਹੀਂ ਹੈ ਜਿਸ ਨੂੰ ਅਮਰ ਆਖਿਆ ਜਾ ਸਕਦਾ ਹੋਵੇ। ਬੜੇ ਬੜੇ ਮਹਾਨ ਰਾਜੇ ਇਸ ਸੰਸਾਰ 'ਤੇ ਆਏ ਤੇ ਫਿਰ ਉਹਨਾਂ ਨੂੰ ਸਦੀਵੀ ਨਹੀਂ ਦੇਖਿਆ ਗਿਆ, ਬਲਕਿ ਅਸਲੀਅਤ ਇਹ ਹੈ ਮਿਟੇ ਹੈ यहाँ पर निशान कैसे कैसे, ज़मीं खा गई आसमां कैसे कैसे। जिनके डंकों से गूंजते थे ज़मीनों आसमां, चुप पड़े हैं कब्र में अब हो ना हाँ कुछ भी नहीं। ਇਸ ਤਰ੍ਹਾਂ ਲੱਗਦਾ ਹੀ ਨਹੀਂ ਹੈ ਕਿ ਉਹ ਲੋਕ ਕਦੀ ਸੰਸਾਰ 'ਤੇ ਆਏ ਵੀ ਸਨ, ਜਿਨ੍ਹਾਂ ਨੇ ਬੜੀਆਂ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ, ਬੜੇ ਵੱਡੇ ਵੱਡੇ ਭਿਆਨਕ ਯੁੱਧ ਫਤਿਹ ਕੀਤੇ ਅਤੇ ਬੜੇ ਵੱਡੇ ਇਲਾਕਿਆਂ 'ਤੇ ਕਬਜ਼ਾ ਕੀਤਾ ਅਤੇ ਆਖਿਆ ਇਹ ਰਾਜ ਮੇਰਾ ਹੈ। ਮੇਰੀਆਂ ਸੀਮਾਵਾਂ ਬੜੀਆਂ ਮਜ਼ਬੂਤ ਨੇ, ਸੈਨਾਵਾਂ ਬੜੀਆਂ ਮਜ਼ਬੂਤ ਨੇ, ਮੇਰੀ ਆਗਿਆ ਤੋਂ ਬਿਨਾਂ ਮੇਰੀ ਧਰਤੀ 'ਤੇ ਕੋਈ ਪੈਰ ਵੀ ਨਹੀਂ ਰੱਖ ਸਕਦਾ। ਹਮਾਰੀ ਭੂਮ ਕੌਣ ਘਾਲੇ ਪੈਰ, ਮੈਂ ਕਿਸੇ ਨੂੰ ਪੈਰ ਵੀ ਨਹੀਂ ਰੱਖਣ ਦਿੰਦਾ, ਪਰ ਸਦੀਵੀ ਨਹੀਂ ਨਾ ਹੈਗਾ, ਇਸ ਲਈ ਸੰਸਾਰ 'ਤੇ ਦਿਖਾਈ ਨਹੀਂ ਪੈਂਦੇ। ਪਰ ਗੁਰੂ ਦੀ ਇਹ ਵਡਿਆਈ ਹੈ, ਨਾ ਇਹ ਕੋਈ ਮਨੁੱਖ ਇੱਥੇ ਸਦੀਵੀ ਹੈ, ਨਾ ਕੋਈ ਰਾਜਾ ਮਹਾਰਾਜਾ ਇੱਥੇ ਸਦੀਵੀ ਹੈ, ਨਾ ਕੋਈ ਗਿਆਨ ਵਿਗਿਆਨ ਨੂੰ ਸਮਝਣ ਵਾਲਾ ਇੱਥੇ ਸਦੀਵੀ ਹੈ। ਜੇ ਸਦੀਵੀ ਅਮਰ ਹੈ ਤੇ ਉਹ ਗੁਰੂ ਦਾ ਨਾਮ ਹੀ ਅਮਰ ਹੈ। ਅਮਰ ਪਦਾਰਥ ਨਾਨਕਾ ਮਨ ਮਾਨੀਏ ਸੁਖ ਹੋਏ। ਜਿਸ ਗੱਲ ਨੂੰ ਮਨ ਵਿੱਚ ਮੰਨ ਲਈਏ, ਪ੍ਰਵਾਨ ਕਰ ਲਈਏ ਕਿ ਨਾਮ ਨਾਲ ਸੁਖ ਹੁੰਦਾ ਹੈ ਤੇ ਨਾਮ ਸਦੀਵੀ ਹੈ, ਤੇ ਮਹਾਰਾਜ ਕਹਿੰਦੇ ਨੇ ਨਾਮ ਸਦੀਵੀ ਵੀ ਨਹੀਂ ਹੈ, ਸ਼੍ਰੋਮਣੀ ਹੈ। ਇਸ ਤੋਂ ਉੱਤੇ ਹੋਰ ਕੁਛ ਵੀ ਨਹੀਂ। ਆਪ ਜਦ ਮਹਾਰਾਜ ਜੀ ਦੇ ਚਰਨਾਂ 'ਚ ਇਹਨਾਂ ਪੰਕਤੀਆਂ ਨੂੰ ਪੜ੍ਹਦੇ ਹੋ ਤਾਂ ਫਿਰ ਇਹ ਵਿਚਾਰ ਸਾਹਮਣੇ ਆ ਜਾਂਦੀ ਹੈ। ਨਾਮ ਸ਼੍ਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ। ਪਰਮਾਤਮਾ ਦਾ ਨਾਮ ਸ਼੍ਰੋਮਣੀ ਹੈ, ਨਾਮ ਸਭ ਤੋਂ ਵੱਡਾ ਹੈ ਤੇ ਨਾਮ ਸਦੀਵੀ ਅਮਰ ਹੈ, ਤੇ ਨਾਮ ਤੇ ਗੁਰੂ ਇੱਕੋ ਹੀ ਹੈ, ਫਰਕ ਕੋਈ ਨਹੀਂ।
अपरंपर पार ब्रह्म परमेश्वर नानक गुर मिलिया सोई जियो। जिवें गुरु विच ते परमेश्वर विच फर्क नहीं है, इस तरह गुरु च ते गुरु द्वारा प्राप्त होए नाम विच भी फर्क नहीं। तुसी वाहेगुरु वाहेगुरु आखोगे तां भी मन उतना ही जुड़ेगा, ते तुसी धन गुरु नानक आखोगे तां भी मन उतना ही जुड़ेगा। श्री गुरु गोबिंद सिंह महाराज जी के अनैन सेवक ने भाई साहब भाई नंद लाल, उन्होंने बड़ा लंबा गुरु पातशाह की महिमा विच लिख दिता है। बड़े सोहने बोल ने आप जी दे। गुरु साहिब जी की वडियाई करदे होया कहंदे ने पुरखा गौ नाल विचार के देख, नूर दर हर चशम गुरु गोबिंद सिंह, रूह दर हर जिसम गुरु गोबिंद सिंह। बड़े गहरे बोल ने सतगुरु पातशाह जी दे। आलमे रोशन जे गुरु गोबिंद सिंह, जानो दिल गुलशन जे गुरु गोबिंद सिंह। जे साडा मन मन जाए तो फिर भाई नंद लाल कहंदे ने मेरा जीवन, मेरी खुशी, मेरा खेड़ा, मेरी रूह ते मेरा जिसम, होर कुछ भी नहीं है, गुरु गोबिंद सिंह महाराज ने। पर जे मन मन जाए तो ताही है ना साथ संगत, मन ना मने तो फिर कुछ भी नहीं। भाई नंद लाल जी का मन मन गया तो उन्होंने गुरु गोबिंद सिंह महाराज तो ज़्यादा अपना कोई दिखाई ही नहीं पिया। इसलिए बार बार कहते हैं हवाए बंदगी अवुर्द दर वजूद मरा, वगरना ज़ौक़े चुनी आमदन नबूद मरा। खुश हस्त उमर के दर याद बेगुजरद वरना, चे हासिल हस्त अजी गुंबदे कबूद मरा। दरिया जमा के न्याई ब याद में मीरम, बगैर याद तो जी जीस्तन चे सूद मरा। बकौले भाई नंद लाल सब तो प्यारा कोई है तो वह केवल ते केवल गुरु गोबिंद सिंह महाराज है, क्योंकि उन्होंने हिरदा मन गया पर वजीर खान का हिरदा नहीं मनिया। इसलिए वो कहता है भी सब तो वड्डा दुश्मन कोई संसार ते है तो वह गुरु गोबिंद सिंह ने, उन्होंने नालों वड्डा मेरा दुश्मन कोई नहीं। इसलिए कहा सी नवाब मलेर कोटला शेर मुहम्मद खान ने बई ए वजीर खान गल हैगी है, कतले मासूमा कतले ज़ईफ़ा बारगाहे खुदा न काबले मुआफ गुनाह आस्ता। दुध खोर बच्चों का ते बजुर्ग इंसानां दा कतल करना, ये पार ब्रह्म परमेश्वर की दरगाह विच इहदी माफ़ी नहीं मिलती। कतले मासूमा कतले ज़ईफ़ा बारगाहे खुदा ना काबले मुआफ गुनाहे अजीम अस्ता। इस करके तू ये मैं नहीं चाहता कि तेरे कोलों इतना वड्डा पाप होवे, ते मैं भी नहीं चाहता कि इस इतने वड्डे पाप दे होण विच मैं शामिल हो जावां। ते मैं शामिल होने तो ही ना नहीं करता, बल्कि मैं नहीं चाहता कि मेरे हाथ नाल लिखिया एक अखर भी इस मौत के फरमान ते होवे, वो भी मेरे लिए बहुत वड्डा गुनाह होएगा। पर वजीर खान का मन नहीं मनिया। उसने कहा मेरे काबू आ गए ने ते मेरे सब तो वड्डे दुश्मन दी माँ है, सब तो वड्डे दुश्मन दे बच्चे ने, इसलिए मैं ते कतल करके ही छड्डांगा और मैं इन्हां अपने हवेली महल दियां बुनियादां विच दफन कर देवांगा ताकि इन्हां दा खुरा खोज मिट जाए, इन्हां दा नामो निशान मिट जाए। पर साध संगत होया उल्टा है, जो उसने चाहा वो नहीं हो सकिया। अज भी तुसी श्री फतेहगढ़ साहिब जाओ तो सामने प्रमुख प्रवेश द्वार दे नाल दो निशान साहिब
ਝੁਲਦੇ ਹੋਏ ਨਿਸ਼ਾਨ ਦਿਖਾਈ ਪੈ ਰਹੇ ਨੇ। ਇੱਕ ਦਾ ਨਾਮ ਬਾਬਾ ਜ਼ੋਰਾਵਰ ਸਿੰਘ ਹੈ, ਇੱਕ ਦਾ ਨਾਮ ਬਾਬਾ ਫਤਿਹ ਸਿੰਘ ਹੈ। ਪਰ ਵਜ਼ੀਰ ਖਾਨ ਦਾ ਕਿਧਰੇ ਨਾਮੋ ਨਿਸ਼ਾਨ ਦਿਖਾਈ ਨਹੀਂ ਪੈ ਰਿਹਾ। ਉਸ ਦੀ ਸਮਝ ਵਿੱਚ ਨਹੀਂ ਆਇਆ ਕਿ ਖੁਦਾ ਦੀ ਇਬਾਦਤ, ਪ੍ਰਸਤਿਸ਼, ਬੰਦਗੀ, ਭਗਤੀ ਨਾਲ ਜੁੜ ਜਾਵਾਂ ਤੇ ਮੇਰਾ ਵੀ ਜੀਵਨ ਸਫਲ ਹੋ ਜਾਏ। ਮੰਨਣ ਵਿੱਚ ਨਹੀਂ ਆਈ ਗੱਲ। ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਤੇ ਜੇ ਮਨ ਨਾ ਮੰਨੇ ਤੇ ਫਿਰ ਹੋ ਸਕਦਾ ਮਨੁੱਖ ਵਿਰੋਧੀ ਵੀ ਬਣ ਜਾਏ। ਅਜੋਕੇ ਦੌਰ ਵਿੱਚ ਤੁਹਾਨੂੰ ਬੜੇ ਐਸੇ ਸੱਜਣ ਮਿਲ ਜਾਣਗੇ ਜਿਹੜੇ ਵਾਹਿਗੁਰੂ ਮੰਤਰ ਦੇ ਜਾਪ ਦਾ ਵੀ ਵਿਰੋਧ ਕਰਦੇ ਨੇ, ਜਿਹੜੇ ਗੁਰੂ ਬਖਸ਼ੀਆਂ ਨਿਤਨੇਮ ਦੀਆਂ ਬਾਣੀਆਂ ਦਾ ਵੀ ਵਿਰੋਧ ਕਰਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਜ਼ੀਮ ਤਰੀਨ ਨਜ਼ਰੇ ਇਨਾਇਤ ਬਖਸ਼ਿਸ਼ ਗੁਰੂ ਦੇ 5 ਕਕਾਰਾਂ ਦਾ ਵੀ ਵਿਰੋਧ ਕਰਦੇ ਨੇ। ਪਰ ਉਹਨਾਂ ਦੇ ਵਿਰੋਧ ਕਰਨ ਨਾਲ ਗੁਰੂ ਨਾਲ ਪ੍ਰੇਮ ਕਰਨ ਵਾਲਿਆਂ ਦਾ ਪ੍ਰੇਮ ਨਹੀਂ ਘਟ ਜਾਂਦਾ। ਬੜੇ ਧਿਆਨ ਨਾਲ ਸਰਵਣ ਕਰਨਾ। ਬੜਾ ਵੱਡਾ ਵਿਰੋਧ ਕੀਤਾ ਮੰਥਰਾ ਨੇ, ਕੈਕੇਈ ਨੇ ਸ਼੍ਰੀ ਰਾਮ ਦਾ, ਤੇ ਆਖਿਆ ਘਰ ਨਹੀਂ ਰਹਿਣ ਦੇਣਾ, ਘਰੋਂ ਕੱਢ ਦੇਵੋ, ਔਰ ਕੱਢ ਦਿੱਤਾ ਘਰੋਂ। ਪਰ ਕੌਣ ਦੱਸੇ ਜਿਸ ਰਾਮ ਨੂੰ ਤੁਸੀਂ ਸਿੰਘਾਸਣ ਦੇ ਲਾਲਚ ਵਿੱਚ ਆਪਣੇ ਘਰੋਂ ਕੱਢ ਰਹੇ ਹੋ, ਉਸੇ ਰਾਮ ਦੀਆਂ ਖੜਾਵਾਂ ਹੀ ਸਿੰਘਾਸਣ ਤੇ ਬੈਠਣਗੀਆਂ, ਤੁਸੀਂ ਨਹੀਂ ਬੈਠ ਸਕੋਗੇ। ਮਹਾਰਾਜ ਭਰਤ ਸ਼੍ਰੀ ਰਾਮ ਦੀਆਂ ਖੜਾਵਾਂ ਹੀ ਸਿੰਘਾਸਣ ਤੇ ਰੱਖਦੇ ਰਹੇ ਤੇ ਆਪ ਥੱਲੇ ਬੈਠਦੇ ਰਹੇ। ਬਹੁਤ ਵੱਡਾ ਵਿਰੋਧ ਕੀਤਾ ਕੰਸ ਨੇ ਸ਼੍ਰੀ ਕ੍ਰਿਸ਼ਨ ਦਾ। ਆਖਿਆ ਰਹਿਣ ਨਹੀਂ ਦੇਣਾ, ਪਰ ਅਸਲੀਅਤ ਤੇ ਕੰਸ ਹੀ ਖਤਮ ਹੋਇਆ, ਕ੍ਰਿਸ਼ਨ ਤੇ ਅੱਜ ਵੀ ਜਿਉਂਦੇ ਨੇ। ਜੇ ਸਮਝ ਆ ਜਾਏ ਨਾ ਮਨੁੱਖ ਨੂੰ, ਅਮਰ ਪਦਾਰਥ ਨਾਨਕਾ ਮਨ ਮਾਨੀਐ ਸੁਖ ਹੋਏ, ਸਾਡਾ ਮਨ ਮੰਨ ਜਾਵੇ। ਨਹੀਂ ਤੇ ਘਰ ਵਿੱਚ ਹੁੰਦਿਆਂ ਵੀ ਜੇ ਮਨ ਨਾ ਮੰਨੇ ਨਾ ਤਾਂ ਸਭ ਕੁਝ ਗਵਾਚ ਜਾਂਦਾ ਹੈ, ਕੁਛ ਵੀ ਕੋਲ ਨਹੀਂ ਰਹਿੰਦਾ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਵਿੱਚ ਹੀ ਬਾਬਾ ਪ੍ਰਿਥੀ ਚੰਦ ਖੇਡਦੇ ਰਹੇ ਨੇ। 17 ਸਾਲ ਜ਼ਿੰਦਗੀ ਦੇ ਬਾਬਾ ਪ੍ਰਿਥੀ ਚੰਦ ਗੁਰੂ ਅਮਰਦਾਸ ਜੀ ਦੀ ਗੋਦ 'ਚ ਰਹੇ। ਗੁਰੂ ਜੋਤ ਗੁਰੂ ਅਮਰਦਾਸ ਮਹਾਰਾਜ ਜੀਆਂ ਵਿੱਚ ਤੇ 17 ਸਾਲ ਬਾਬਾ ਪ੍ਰਿਥੀ ਚੰਦ ਨੂੰ ਮੌਕਾ ਬਣਿਆ ਗੁਰੂ ਜੋਤ ਦੇ ਚਰਨਾਂ ਤੇ ਸੀਸ ਰੱਖਣ ਦਾ, ਗੁਰੂ ਜੋਤ ਦੇ ਚਰਨ ਚੁੰਮਣ ਦਾ, ਗੁਰੂ ਜੋਤ ਦੀ ਗੋਦੀ ਵਿੱਚ ਬੈਠਣ ਦਾ। ਪਰ ਮਨ ਨਹੀਂ ਮੰਨਿਆ, ਇਸ ਲਈ ਖੇਡ ਨਹੀਂ ਬਣ ਸਕੀ। ਫਿਰ 7 ਸਾਲ ਉਹ ਗੁਰੂ ਜੋਤ, ਗੁਰੂ ਚੌਥਾ ਜਾਮਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਵਿੱਚ ਪ੍ਰਵਾਹਿਤ ਹੋਈ। ਜੇ ਬਾਬਾ ਪ੍ਰਿਥੀ ਚੰਦ ਜੀ ਦਾ ਮਨ ਫੇਰ ਨਹੀਂ ਮੰਨਿਆ, 17 ਤੇ 7 24 ਸਾਲ ਨਿਕਲ ਗਏ। ਗੁਰੂ ਗੋਦ ਵਿੱਚ ਜਨਮ ਹੋਇਆ, ਗੁਰੂ ਪਰਿਵਾਰ ਵਿੱਚ ਜਨਮ ਹੋਇਆ, ਗੁਰੂ ਪੁੱਤਰੀ ਉਹਨਾਂ ਦੀ ਮਾਂ ਦੇ ਰੂਪ 'ਚ ਪ੍ਰਗਟ ਹੋਈ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਅੱਗੋਂ ਗੁਰੂ ਰੂਪ 'ਚ ਪ੍ਰਗਟ ਹੋਏ। ਤੁਸੀਂ ਕੈਲਕੂਲੇਟ ਕਰਕੇ ਦੇਖ ਲੈਣਾ, 60 ਸਾਲ ਦੀ ਉਮਰ ਬਾਬਾ ਪ੍ਰਿਥੀ ਚੰਦ ਰਹੇ ਨੇ ਤੇ ਸ਼ਾਇਦ ਇਤਨੀ ਵੱਡੀ ਅਪਰਚੁਨਿਟੀ ਹੋਰ ਕਿਸੇ ਸਿੱਖ ਨੂੰ ਨਾ ਮਿਲੀ ਹੋਵੇ ਜਿਤਨੀ ਪ੍ਰਿਥੀ ਚੰਦ ਜੀ ਨੂੰ ਮਿਲੀ ਹੈ। ਪਰ ਮਜ਼ਾਲ ਇੱਕ ਵਾਰੀ ਵੀ ਮਨ ਮੰਨ ਗਿਆ ਹੋਵੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਨਾਨਾ ਕਰਕੇ ਭਾਵੇਂ ਜਾਣਦੇ ਰਹੇ ਹੋਣ, ਪਰ ਨਿਰੰਕਾਰ ਕਰਕੇ ਨਹੀਂ ਮੰਨੇ ਬਾਬਾ ਪ੍ਰਿਥੀ ਚੰਦ। ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਬੇਸ਼ੱਕ ਪਿਤਾ ਕਰਕੇ ਭਾਵੇਂ ਮੰਨਦੇ ਹੋਣ, ਪਰ ਗੁਰੂ ਪਿਤਾ ਕਰਕੇ ਮੰਨੇ ਨਹੀਂ ਬਾਬਾ ਪ੍ਰਿਥੀ ਚੰਦ। ਤੇ ਹੋਇਆ ਕਿ ਗੁਰੂ ਦੀਪਕ ਤਿਉ ਲੋਏ, ਉਸ ਮਹਾਨ ਚਾਨਣ ਮੁਨਾਰਾ ਸਤਿਗੁਰੂ ਜੀ ਦੇ ਬਚਨਾਂ ਦਾ ਚਾਨਣ ਬਾਬਾ ਪ੍ਰਿਥੀ ਚੰਦ ਦੇ ਹਿਰਦੇ ਦੀ ਰਾਤ ਨੂੰ ਨਹੀਂ ਗਵਾ ਸਕਿਆ। ਉਹ ਰਾਤ ਬਣੀ ਰਹੀ, ਉਹ ਤਾਰੀਕੀ ਬਣੀ ਰਹੀ, ਉਹ ਕਾਲਖ ਜ਼ਦਾ ਬਣਿਆ ਰਿਹਾ।
ਔਰ ਫਿਰ ਮੈਂ ਅਰਜ਼ ਕਰਾਂ ਇੱਥੇ ਹੀ ਬਸ ਨਹੀਂ, ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਵੀ ਰਿਹਾ। ਪਰ ਮਜ਼ਾਲ ਹੈ ਜੇ ਇੱਕ ਦਿਨ ਵੀ ਗੁਰੂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਦਾ ਉਸਨੇ ਕੋਈ ਸਨਮਾਨ ਕੀਤਾ ਹੋਵੇ। ਬਾਕੀ ਅਨੁਜ ਕਹਿ ਕੇ ਬੁਲਾਉਂਦੇ ਸਨ ਬਈ ਛੋਟਾ ਹੈ ਮੇਰੇ ਨਾਲੋਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਭੱਟ ਜਨਾਂ ਨੇ ਸਜਦਾ ਕਰਦੇ ਹੋਏ ਸੰਸਾਰ ਨਾਲੇ ਸਾਂਝ ਪਾਈ। ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖਿਆ। ਸੜਦੀ ਹੋਈ ਲੋਹ ਤੇ ਬੈਠ ਕੇ ਵੀ ਉਹ ਕੋਈ ਸੜਿਆ ਹੋਇਆ ਬੋਲ ਨਹੀਂ ਬੋਲਦੇ। ਪਰ ਨਹੀਂ ਮੰਨ ਸਕੇ, ਬਾਬਾ ਪ੍ਰਿਥੀ ਚੰਦ ਵਿਰੋਧ ਕਰਦੇ ਰਹੇ। ਤੇ ਫਿਰ ਕੋਈ 12 ਸਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਵੀ ਆਪ ਰਹੇ, ਜਦੋਂ ਗੁਰਤਾ ਗੱਦੀ ਤੇ ਬਿਰਾਜੇ ਰਹੇ। ਆਪ ਸਾਰੇ ਗੁਰੂ ਮਿਹਰ ਸਦਕਾ ਵੈਲ ਕੁਆਲੀਫਾਈਡ ਸੱਜਣ ਬੈਠੇ ਹੋ, ਗੁਰਮੁਖ ਸੱਜਣ, ਮਾਤਾਵਾਂ, ਬੱਚੀਆਂ, ਵੀਰ ਭਰਾਤਾ ਮੌਜੂਦ ਹੋ। ਧਿਆਨ ਨਾਲ ਸੁਣਨਾ। ਬਾਬਾ ਪ੍ਰਿਥੀ ਚੰਦ ਜੀ ਦਾ ਜਨਮ ਤੋਂ ਲੈ ਕੇ ਜੀਵਨ ਦੇ ਆਖਰੀ ਦਿਨ ਤੱਕ 60 ਸਾਲ ਦਾ ਜੀਵਨ ਹੋਇਆ। ਤੇ ਪਹਿਲੇ ਗੁਰੂ ਜੋਤ ਮਿਲੀ ਨਾਨਾ ਜੀ ਦੇ ਰੂਪ ਵਿੱਚ। ਫਿਰ ਗੁਰੂ ਜੋਤ ਵਿਚਰਦੀ ਰਹੀ ਪਿਤਾ ਦੇ ਰੂਪ ਵਿੱਚ। ਫਿਰ ਗੁਰੂ ਜੋਤ ਦਾ ਟਿਕਾਓ ਰਿਹਾ ਭਰਾਤਾ ਦੇ ਰੂਪ ਵਿੱਚ। ਤੇ ਫਿਰ ਗੁਰੂ ਜੋਤ ਦਾ ਵਰਤਾਰਾ ਰਿਹਾ ਬੱਚੇ ਦੇ ਰੂਪ ਵਿੱਚ, ਭਤੀਜੇ ਦੇ ਰੂਪ ਵਿੱਚ। ਇਸ ਲਈ ਮੈਂ ਕਿਹਾ ਬਈ ਇਤਨੀ ਵੱਡੀ ਅਪਰਚੁਨਿਟੀ ਸ਼ਾਇਦ ਹੀ ਕਿਸੇ ਸਿੱਖ ਨੂੰ ਪ੍ਰਾਪਤ ਹੋਈ ਹੋਵੇ, ਜਿਹਦਾ ਭਤੀਜਾ ਵੀ ਗੁਰੂ ਹੋਵੇ, ਜਿਹਦਾ ਪਿਤਾ ਵੀ ਗੁਰੂ ਹੋਵੇ, ਜਿਹਦਾ ਭਰਾ ਵੀ ਗੁਰੂ ਹੋਵੇ ਤੇ ਜਿਹਦਾ ਨਾਨਾ ਵੀ ਗੁਰੂ ਹੋਵੇ। 4 ਜਾਮੇ ਜਿਸਨੇ ਮਾਣੇ ਹੋਣ, ਦੇਖੇ ਹੋਣ ਤੇ ਨਾਲ ਵਿਚਰਿਆ ਹੋਵੇ, ਪਰ ਸਾਰੀ ਜ਼ਿੰਦਗੀ ਵਿਰੋਧ ਹੀ ਕੀਤਾ, ਮਨ ਜੋ ਨਹੀਂ ਮੰਨਿਆ। ਅੱਜ ਵੀ ਤੁਹਾਨੂੰ ਬੜੇ ਮਿਲ ਜਾਣਗੇ ਮਨ ਨਹੀਂ ਮੰਨਦਾ। ਕਿਧਰੇ ਕ੍ਰਿਸਚਨ ਬਣਦੇ ਹੋਏ ਦਿਖਾਈ ਪੈਂਦੇ ਨੇ, ਕਿਧਰੇ ਕੋਈ ਹੋਰ ਬਣਦਾ ਹੋਇਆ ਦਿਖਾਈ ਪੈਂਦਾ। ਇਹਨਾਂ ਲੋਕਾਂ ਤੇ ਅਫਸੋਸ ਕਰਨ ਦੀ ਲੋੜ ਨਹੀਂ ਹੈ, ਇਹਨਾਂ ਦਾ ਮਨ ਹੀ ਨਹੀਂ ਮੰਨਿਆ। ਇਸ ਲਈ ਗੁਰੂ ਦੇ ਗੁਣਾਂ ਤੋਂ ਵਾਕਫ ਨਹੀਂ ਹੋ ਸਕੇ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਅੰਮ੍ਰਿਤਮਈ ਜੀਵਨ ਦੇਖੀਏ ਤੇ ਇਹ ਉਹ ਦਰਖਤ ਹੈ ਜਿਹਨੇ ਬਹੁਤ ਜਲਦੀ ਹੀ ਫਲ ਦੇ ਦਿੱਤਾ ਹੈ। ਗੁਰੂ ਦੇ ਬਗੀਚੇ ਵਿੱਚ ਪੈਦਾ ਹੋਇਆ ਏ, ਬਹੁਤ ਭੋਲੇਪਨ ਨਾਲ ਭਰਿਆ ਹੋਇਆ ਹਿਰਦਾ, ਪ੍ਰੇਮ ਨਾਲ ਭਰਿਆ ਹੋਇਆ ਹਿਰਦਾ ਉਹ ਸਜ਼ਰ ਹੈ ਜਿਸ ਨੇ ਬਹੁਤ ਜਲਦੀ ਹੀ ਫਲ ਜਗਤ ਦੀ ਝੋਲੀ 'ਚ ਪਾ ਦਿੱਤਾ। ਤੇ ਕੋਈ 5-5.5 ਸਾਲ ਦੀ ਉਮਰ ਤੇ ਹੀ ਗੁਰਤਾ ਗੱਦੀ ਉਹਨਾਂ ਨੂੰ ਪ੍ਰਾਪਤ ਹੋ ਗਈ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦਾ ਆਪ 357 ਸਾਲਾ ਪਾਵਨ ਪ੍ਰਕਾਸ਼ ਦਿਵਸ ਪ੍ਰੇਮ ਤੇ ਸ਼ਰਧਾ ਸਹਿਤ ਮਨਾ ਰਹੇ ਹੋ। ਬੜਾ ਸੋਹਣਾ ਸੁਭਾਗਾ ਦਿਨ ਸੀ। ਸਾਵਣ ਦੀ 8 ਤਾਰੀਖ ਸੀ ਔਰ ਸਾਵਣ ਵਧੀ 10 ਸੀ ਉਸ ਦਿਨ। ਸੰਮਤ ਨੂੰ ਦੇਖੀਏ ਤੇ ਉਹ 1713 ਬਣਦਾ ਹੈ। 57 ਸਾਲ ਬਿਕਰਮੀ ਸੰਮਤ ਈਸਵੀ ਨਾਲੋਂ ਅੱਗੇ ਚੱਲਦਾ ਹੈ ਤੇ ਉਸ ਹਿਸਾਬ ਨਾਲ 7 ਜੁਲਾਈ 1556 ਬਣਦਾ ਹੈ। ਅੱਜ 357 ਸਾਲ ਇਸ ਬ੍ਰਹਿਮੰਡ ਦੀ ਮਹਾਨ ਅਗੰਮੀ ਅੰਮ੍ਰਿਤਮਈ ਘਟਨਾ ਨੂੰ ਹੋਏ ਹਨ, ਜਿਸ ਦਿਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਧੰਨ 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 ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਤੇ ਧੰਨ ਜਨਨੀ ਜਿਨ ਜਾਇਆ ਮਾਤ ਸ੍ਰੀ ਕ੍ਰਿਸ਼ਨ ਕੌਰ ਜੀ ਦੀ ਕੁੱਖ ਨੂੰ ਭਾਗ ਲੱਗੇ ਤੇ ਸ੍ਰੀ ਗੁਰੂ ਕੀਰਤਪੁਰ ਸਾਹਿਬ ਧੰਨ ਧੰਨ ਗੁਰੂ ਹਰਕ੍ਰਿਸ਼ਨ ਜੀ ਦਾ ਆਗਮਨ ਹੋਇਆ। ਇਹ ਹੁਣੇ ਸਕੱਤਰ ਸਾਹਿਬ ਤੁਹਾਨੂੰ ਸੁਣਾ ਰਹੇ ਸਨ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ
ਗ੍ਰਹਿ ਮੰਦਰ ਬਣਿਆ। ਸੇਮ ਪ੍ਰੀਤੀ ਚੰਦ ਵਰਗੀ ਕਹਾਣੀ ਬਾਬਾ ਰਾਮ ਰਾਏ ਦੀ ਵੀ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਜਦ ਔਰੰਗਜ਼ੇਬ ਨੇ ਦਿੱਲੀ ਬੁਲਾਇਆ, ਆਖਿਆ ਮੇਰੇ ਕੋਲ ਆਓ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ, ਪਰ ਉਹਦੇ ਮਿਲਣ ਵਿੱਚ ਸਾਜ਼ਿਸ਼ ਛੁਪੀ ਹੋਈ ਸੀ। ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਆਖਣ ਲੱਗੇ, ਅਸੀਂ ਕੀ ਲੈਣਾ ਹੈ ਤੁਹਾਡੇ ਕੋਲੋਂ? ਅਸੀਂ ਨਾ ਕੋਈ ਜ਼ਮੀਨ ਰੱਖੀ ਹੋਈ ਹੈ, ਨਾ ਕਿਸੇ ਦਾ ਮਾਮਲਾ ਦੇਣਾ ਹੈ, ਤੇ ਨਾ ਸਾਨੂੰ ਕੋਈ ਟੈਕਸ ਹੈਗਾ, ਅਸੀਂ ਕਾਹਦੇ ਲਈ ਆਉਣਾ? ਸਾਨੂੰ ਕੋਈ ਲੋੜ ਵੀ ਨਹੀਂ ਹੈ, ਥੋੜ ਵੀ ਨਹੀਂ ਹੈ, ਤੇ ਸਾਡੇ ਅੰਦਰ ਕੋਈ ਭੁੱਖ ਵੀ ਨਹੀਂ ਹੈ। ਇਸ ਲਈ ਨਾ ਸਾਨੂੰ ਕਿਸੇ ਜਾਗੀਰ ਦੀ ਲੋੜ ਹੈ, ਤੇ ਨਾ ਕਿਸੇ ਵਜ਼ੀਰ ਤੇ ਅਮੀਰ ਦੀ ਲੋੜ। ਅਸੀਂ ਕਾਹਦੇ ਲਈ ਆਉਣਾ? ਬਲਕਿ ਕਹਿ ਹੀ ਦਿੱਤਾ ਵੀ ਅਸੀਂ ਤਾਂ ਨਾ ਤੇਰੇ ਵਰਗੇ ਦਾ ਦਰਸ਼ਨ ਕਰਦੇ ਹਾਂ, ਤੇ ਨਾ ਤੇਰੇ ਵਰਗੇ ਨੂੰ ਦਰਸ਼ਨ ਦਿੰਦੇ ਹੀ ਹਾਂ। ਕਿਉਂਕਿ ਦੇਖ ਲਿਆ ਸੀ ਐਸੇ ਬੰਦੇ ਨਾਲ ਮਿਲਣ ਨਾਲੋਂ ਦੂਰ ਹੀ ਚੰਗਾ ਹੈ। ਐਸੇ ਬੰਦੇ ਨੂੰ ਸਾਕਤ ਕਹਿੰਦੇ। ਗੁਰਬਾਣੀ ਪੜ੍ਹੋਗੇ ਨਾ ਤੇ ਔਰੰਗਜ਼ੇਬ ਵਰਗਾ ਇਖਲਾਕ ਰੱਖਣ ਵਾਲੇ ਨੂੰ, ਔਰੰਗਜ਼ੇਬ ਵਰਗਾ ਕਿਰਦਾਰ ਰੱਖਣ ਵਾਲੇ ਨੂੰ, ਕਰੈਕਟਰ ਰੱਖਣ ਵਾਲੇ ਨੂੰ ਸਾਕਤ ਕਹਿੰਦੇ। ਕਬੀਰ ਜੀ ਨੇ ਬੜੇ ਖੁੱਲ੍ਹੇ ਬਚਨ ਆਖੇ ਨੇ। ਕਹਿੰਦੇ ਨੇ ਕਬੀਰ ਸਾਕਤ ਦੀ ਜੇ ਤੁਸੀਂ ਡੈਫੀਨੇਸ਼ਨ ਪੁੱਛਣੀ ਹੋਵੇ ਨਾ, ਤੇ ਕਬੀਰ ਆਪਣੀ ਬਾਣੀ 'ਚ ਫਰਮਾਨ ਕਰਦੇ ਨੇ, ਕਹਿੰਦੇ ਨੇ ਸਾਕਤ ਸੂਅਰ ਨਾਲੋਂ ਵੀ ਭੈੜਾ ਹੁੰਦਾ। ਜਿਹੜਾ ਸੂਅਰ ਗਲੀਆਂ ਵਿੱਚ ਫਿਰਦਾ ਨਾ, ਲੋਕਾਂ ਦਾ ਵਿਸਟਾ ਭਖਸ਼ਣ ਕਰਦਾ, ਉਸ ਨਾਲੋਂ ਵੀ ਭੈੜਾ ਹੁੰਦਾ ਹੈ। ਕਬੀਰ ਸਾਕਤ ਤੇ ਸ਼ੁਕਰ ਭਲਾ ਰਾਖੇ ਅੱਛਾ ਗਾਉ। ਉਹ ਗੰਦਗੀ ਖਾ ਜਾਂਦਾ ਤੇ ਉਸਦੇ ਗੰਦਗੀ ਖਾਣ ਨਾਲ ਗੰਦਗੀ ਮੁੱਕ ਤੇ ਜਾਂਦੀ ਹੈ। ਨਗਰ ਗ੍ਰਾਮ ਉਹਨਾਂ ਗੰਦਾ ਤੇ ਨਹੀਂ ਨਾ ਲੱਗਦਾ, ਗਲੀਆਂ ਸਾਫ਼ ਲੱਗਦੀਆਂ ਨੇ। ਬਕੌਲੇ ਸ੍ਰੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਤੇ ਕਬੀਰ ਜੀ ਦੇ ਉਹਨਾਂ ਬੋਲਾਂ ਨਾਲ ਸਹਿਮਤੀ ਵਿਅਕਤ ਕਰਦਿਆਂ ਹੋਇਆਂ ਤੇ ਉਹਨਾਂ ਦੇ ਬੋਲਾਂ ਨੂੰ ਸਨਮਾਨਿਤ ਤੇ ਪ੍ਰਮਾਣਿਤ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਬੋਲਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਵੀ ਕੀਤਾ। ਮਹਾਰਾਜ ਦਾ ਮਤਲਬ ਗੁਰੂ ਅਰਜਨ ਦੇਵ ਸਾਹਿਬ ਇਹਨਾਂ ਬੋਲਾਂ ਨਾਲ ਸਹਿਮਤੀ ਵਿਅਕਤ ਕਰਦੇ ਨੇ, ਇਹਨਾਂ ਬੋਲਾਂ ਦਾ ਸਨਮਾਨ ਕਰਦੇ ਨੇ, ਤੇ ਇਹਨਾਂ ਬੋਲਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਵੀ ਕਰਦੇ ਨੇ। ਗੁਰੂ ਸਤਿਗੁਰੂ ਪਾਤਸ਼ਾਹ ਜੀ ਦੀ ਸਹਿਮਤੀ ਪ੍ਰਾਪਤ ਤੇ ਬੋਲ ਹਨ। ਕਬੀਰ ਸਾਕਤ ਤੇ ਸ਼ੁਕਰ ਭਲਾ ਰਾਖੇ ਅੱਛਾ ਗਾਉ। ਉਹ ਸਾਕਤ ਬਪੜਾ ਮਰ ਗਿਆ, ਕੋਈ ਨਾ ਲੈ ਨਾ। ਉਹਦਾ ਨਾਮ ਲੈਣ ਨਾਲ ਭਾਵ ਉਹਦਾ ਚੰਗੀ ਤਰ੍ਹਾਂ ਸਨਮਾਨ ਨਾਲ ਕੋਈ ਨਾਮ ਵੀ ਨਹੀਂ ਲੈਂਦਾ। ਤੇ ਸਾਧ ਸੰਗਤ ਉਸ ਬੰਦੇ ਦਾ ਨਾਮ ਕੀ ਲੈਣਾ ਜਿਹੜਾ ਆਪਣੇ ਪਿਤਾ ਨੂੰ ਪਿਆਸੇ ਨੂੰ ਤੜਪਦਾ ਹੋਇਆ ਦੇਖ ਸਕਦਾ ਹੈ, ਆਪਣੇ ਪਿਤਾ ਦਾ ਕੰਠ ਸੁੱਕਦਾ ਹੋਇਆ ਦੇਖ ਸਕਦਾ ਹੈ, ਤੇ ਪਾਣੀ 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 ਪਿਤਾ ਪੁਕਾਰ ਰਿਹਾ ਹੋਵੇ ਔਰ ਉਸ ਪਾਣੀ ਨਾ ਦੇਵੇ ਤੇ ਸਗੋਂ ਮਜ਼ਾਕ ਉਡਾਵੇ, ਤੇ ਕੀ ਉਸ ਨੂੰ ਸੰਤ ਆਖੋਗੇ ਕਿ ਸਾਕਤ ਆਖੋਗੇ? ਆਪਣੇ ਸਕੇ ਭਰਾਵਾਂ ਦਾ ਕਤਲ ਕਰ ਦੇਵੇ, ਆਪਣੀ ਸਕੀਆਂ ਭੈਣਾਂ ਦਾ ਨਿਕਾਹ ਨਾ ਕਰੇ, ਆਪਣੀ ਸਕੀ ਬੇਟੀ ਦਾ ਇਸ ਕਰਕੇ ਵਿਆਹ ਨਾ ਕਰੇ ਕਿ ਜੇ ਪੁੱਤਰ ਤਖਤ ਦੇ ਹੱਕਦਾਰ ਹੋ ਸਕਦੇ ਨੇ ਤੇ ਤਖਤ ਦੇ ਹੱਕਦਾਰ ਜਵਾਈ ਵੀ ਹੋ ਸਕਦੇ ਨੇ। ਸੋਚ ਐਸੀ ਉਹਦੀ। ਤੇ ਫਿਰ ਇਹੋ ਜਿਹੇ ਬੰਦੇ ਨੂੰ ਮਿਲਣ ਤੋਂ ਥੋੜ੍ਹਿਆ ਕੀ ਹੈਗਾ। ਇਸ ਲਈ ਸਾਹਿਬ ਨੇ ਕਹਿ ਦਿੱਤਾ ਵੀ ਨਾ ਅਸੀਂ ਦਰਸ਼ਨ ਕਰਦੇ ਹਾਂ, ਇਹਦੇ ਮੱਥੇ ਹੀ ਨਹੀਂ ਲੱਗਦੇ, ਇਸ ਲਈ ਅਸੀਂ ਕੀ ਲੈਣਾ ਇਸ ਕੋਲੋਂ? ਨਾ ਕੋਈ ਸਾਡੇ ਕੋਲ ਜਾਗੀਰ ਹੈ ਵੀ ਅਸੀਂ ਕੋਈ ਮਾਮਲਾ ਦੇਣਾ। ਜਿਵੇਂ ਨਹੀਂ ਮੈਂ ਕਿਸੇ ਕੀ ਬੋਈ, ਜੈਸੇ ਭਗਤ ਕਬੀਰ ਜੀ ਕਹਿੰਦੇ ਨੇ, ਐਸਾ ਦੇਨ ਦੁਖਾਲਾ। ਅਸੀਂ ਕੋਈ ਕਿਸੇ ਦੀ ਪੈਲੀ ਥੋੜ੍ਹੀ ਵਾਹੀ ਹੋਈ ਹੈ ਤੇ ਬਿਨਾਂ ਵਾਹਿਆ ਅਸੀਂ ਕਿਉਂ ਟੈਕਸ ਦੇਵੀਏ, ਕਾਹਦੇ ਲਈ ਜਾਈਏ? ਜਿਵੇਂ ਨਹੀਂ ਮੈਂ ਕਿਸੇ ਕੀ ਬੋਈ,
ऐसा देन दुखाला। इसलिए महाराज जियां ने फरमाया भी इहो जिहे दुष्ट कोल, इहो जिहे साकत कोल असी ना जांदे आ ते ना साडे कोल आवे। ते किधरे हुण जंग ना शुरू होवे ते जंग विच बिना कारण ही लखां लोकां दीयां लाशां विस जांदियां। इसलिए हुण किवें करिए? तो सतगुरु पातशाह जी ने अपनी जगह निवाज के बरकतां दे के, शक्तियां दे के, रसना ते बल दे के आख्या राम राय जो आखोगे पूरा हो जाएगा। इत्थे एक नुकता समझण वाला है। राम राय जो कहंदे ने पूरा हो जाता है। बहुत सारियां करामातां उन्होंने एक मदारी की तरह दिखाइयां, जिस विच 72 वड्डियां वड्डियां करामातां दा जिक्र है। जिवें खूह दे उपर चादर विछा के बैठ जाना ते थल्ले ना डिगना, मरिया होया बकरा जिंदा कर देना, खाधा होया जिहड़ा काजी ने खाधा सी वो जिंदा कर दिता। खजाने विच मोहरां पईयां होईयां, उस विच भी औरंगजेब दी एक चाल सी भी मेरे पिता शाहजहान ने खजाना कई थाई दबिया होया ते जे दस देवेगा तो मैनू सारा पता लग जाएगा। ते बाबा राम राय ने दस दिता फलाने फलाने थां खजाना है ते ऐनियां ऐनियां मोहरां उस विच हैगियां। बिना कहारां दी पालकी ते चल के दरबार विच आ जाना। भयानक गर्मी विच शिमले वर्गी ठंडी हवा दे देण। होर कई करामातां ते करामातां इस करके नहीं, ध्यान नाल सुनना, इस करके नहीं कि उन्हां करामातां दा मालक बाबा राम राय जी खुद ने, बल्कि वो करामातां, वो करिश्मे, वो मुअज्जे, वो शक्तियां इसलिए ने कि वो गुरु हर राय साहब जी का बचन मिलिया है कि राम राय जो आखोगे वो हो जाएगा, जो जबान तो कहोगे पूरा हो जाएगा। इन्हां करामातां विच राम राय दा बल नहीं है, इन्हां करामातां विच बल श्री गुरु हर राय साहब जी का है। जितना सोहना अस्थान बनया ना, मेरे ख्याल जितने गुरु अस्थानां दे मैं दर्शन वर्ल्ड वाइड कीते ने, इन्ना खुला दीवान हाल मैं किधरे नहीं देखा होर जिन्ना श्री रकाबगंज साहिब। ये सजिया होया भी बड़ा है, संगतां दी रौनक भी बड़ी है। दिल्ली सिख गुरुद्वारा प्रबंधक कमेटी ने बहुत सोहना प्रबंध भी किया है। तो आप सोचोगे भी शायद प्रबंधकां करके बन गया। ध्यान देना इस गल वाल। शायद असी आए हैं तां रौनक बन गई है, शायद सोहने सोहने बेइंतहा खूबसूरत ते महकदे टहकदे हुए फुल लगाए गए ने तां ये महिमा बन गई है। साध संगत सब कुछ तां होया है कि कदी इत्थे किसी गुरसिख प्यारे ने जिहदा नाम भाई लखी शाह सी, उन्हें अपना सारा मुहल्ला ही अगन भेंट कर दिता सी। तुहानूं याद होवेगा इतिहास का यह वाकया। जदों उसने श्री गुरु तेग बहादुर साहब जी का बिना धड़ तो शरीर गड्डियां विच छुपा के इत्थे लिआंदा ते इस राय सिन्हा हिले नूं कहंदे ने, सारा रकाबगंज का मुहल्ला सी। ये सारा मक्खण शाह दे नाल दे सारे व्यापारी इत्थे रहिंदे सन। दिल्ली का यह व्यापार का वड्डा केंद्र सी ते होलसेल का सारा कामकार इत्थों चलदा सी जिथे तुसीं बैठे होए। उसने सलाह की परिवार के मैंबरां नाल, उस दिन बहुत रोया। लखी शाह व्यापारी, उसने कहा की करां, अज गुरु दे दीदार तां होए ने पर सीस तो बिना होए ने।
महाराज नूं बड़ी वारी बेनती की, महाराज घर आओ चरण पाओ। अज आए तो है ने पर सीस तो बिना आए ने। ते पत्नी ने अगे होके ना ते गुरु तेग बहादुर साहब जी दे बिना सीस वाले धड़ दे चरना ते सीस रख दिता। आखिया स्वामी जी तुसी पता नहीं की कहंदे पए हो, मैनू लगदा है गुरु तेग बहादुर जी ने मेरी मन लई है। अखां विच ओहदियां विच भी आंसू सन। दोवें जियां दे चेहरे आंसुआं नाल तर बतर होए होए सन। भलीए तेरी की मन लई है? आखिया मैं महाराज नूं इन्ना ही कहा सी भी सच्चे पातशाह कदी साडे घर भी चरण पाओ। अज चरण तां आ गए ने, चरण तां पै गए ने। सीस दी कोई गल नहीं, चरण तां पै गए ने। मैं मंगे ही चरण सन, मेरी गलती है जिहड़ा सीस तो बिना धड़ आया है। दोवां ने महाराज दे चरनां ते सीस रखिया होया सी। चरण चुम रहे सन, आंसुआं नाल धो रहे सन। सलाह कीती बई जे एक जगह संस्कार करांगे तो शक पै जाएगा, फिर की करिए होवे ना ते सारा मुहल्ला ही गुरु पातशाह नूं भेंट कर दईए। घर विच चिखा तैयार करके ते सारे मुहल्ले नूं अगन भेंट कर दिता बई ये इस तरह लगे बई जिवें अग लग गई हुंदी। गुरु प्यार विच भिज के एक जयकारा वड्डा बुला देवो ते सब नूं जयकारे दी गूंज सुनाई पै जाए। जद लोगों नूं पता लग्या भी इसने अपने घर नूं ही अग ला दी है, मुहल्ला ही स्वाह कर लिया है, खाक कर लिया है, पर कौन दसे उसने मुहल्ले नूं बिगाड़िया नहीं है, उसने मुहल्ले नूं खाक नहीं किया, उसने अपने मुहल्ले नूं पूजनीक बना दिता। उदों दुनिया नहीं सी जानती पर अज पता लग गया भाई लखी शाह अपना घर अग नाल साड़ नहीं सी रहा, बल्कि ए रौनक अपने घर नूं दे रहा सी जो हुण लगी हुई है, जो हुण बनी हुई है। साध संगत जिहड़ा गुरु दी जय जयकार करदा है ना, गुरु उसकी उधारी नहीं रखता, हक नहीं मारदा, बल्कि कृपा करदा है। अपनी जय जयकार करन वाले दी गुरु साहिब दरगाह तक जय जयकार करवा देंदे ने। इसलिए एक जयकारा सारी संगत मिल के गजा दे। गुरु पातशाह जी नूं घर भेंट किया ते अज उसदे घर ते सारे ब्रह्मंड दा मस्तक झुकदा पिया। ए रौनक लखी शाह ने दिती है, ए खूबसूरती, ए इंतहाई आनंद जो अज इत्थे बरस रहा है, ये सारी शुरुआत इसकी बुनियाद रखी है भाई लखी शाह जी ने। शहनशाहां दे शहनशाह दे घर विच आप बैठे हो। मैं अर्ज कर रहा सी गुरु दे सिरमौर गुणां चों पहला गुण है गुरु दाता है। गुरु दाता गुर हिवै घर ते दिंदा किस तरह सारियां नूं इक्को जिहा दिंदा। ऐसा नहीं कि एक नूं थोड़ा दे देवे ते एक नूं ज्यादा दे देवे, पक्षपाती गुरु नहीं है। सब तो पहला जिहड़ा गुरु दे घर विच प्रवेश करदा है ना, वो कोई भी होवे गुरु उसनूं इतना प्रेम दिंदा, इक्वली प्रेम दिंदा है। जो शरण आवे तिस कंठ लावे, ये बिरद स्वामी संता। गुरु दाता है। कल मैं महाराज जी की मेहर सदका पंजोखरा साहब हाजरी भर के आया।
मेरा कोई उत्थे प्रोग्राम नहीं सी जाण दा, ना हाज़री भरन दा। मैं तो सीसगंज साहिब हाज़री भरन वास्ते लुधियाने तो आ रहा सी, बरसात भी बड़ी सी ते मैनू नहीं सी पता बई मैं पंजोखरा साहब भी जाना है। ते पंजाब पुलिस दे IG ने सरदार इकबाल सिंह जी, वो मैनू कहन लगे बई मैं भी अंबाले जाना है ते तुसी अज उत्थे समागम है, उत्थे हाज़री भर के जाओ। तो मैं थोड़ा जिहा हैजीटेट भी कर रहा सी। मैं क्या किते यही ना सोचण बई ये बिना बुलाया ही आ गया। यह भी बड़ा स्यापा है साध संगत। भावें गुरु दी कौम दा, गुरु दी कौम वालों थापिया होया जथेदार ही होवे ना, पर जे बिना बुलाया आ जाए तो हजम करना औखा होता। मैं थोड़ा जिहा इस सुभाव तो भी वाकफ हैगा। मैं थोड़ी हैजिटेशन दिखाई। मैं कहा बई असी तां सीसगंज साहब पहुँचना, उत्थे प्रबंधकां ने हाज़री रखी हुई है। श्रीमान सेवा रतन सिंह साहब ज्ञानी रणजीत सिंह जी, उन्होंने हाज़री रखी हुई है। तो मैनू कहन लगे शाम की हाज़री है। मैं कहा शाम की तो नहीं है, तो सवेर की। तो कहते इन्नी दिल्ली दूर थोड़ी है भाई सारी रात भी नहीं पहुँचो, चलो चलते हैं। तो मैं कहा चलो महाराज दे हाज़री मत्था टेक के आने। भोरा साहब मत्था टेकिया, फिर वो पंडाल विच लै गए। तो मैं कहा 2 मिनट का संदेश होवेगा बई थोड़ा जिहा धन्नवाद कर दिओ, असी इसे काम लई हाँ। संगतां दा धन्नवाद करना, संगतां दा नूं सजदा करना, प्रेम करना, गुरु ने सानू ये सेवा दिती हुई है। तो संगतां इतना माण करदियां ने, वो समझदियां ने बई ये किसी जथेदार ने धन्नवाद नहीं किया, ये गुरु साहब ने ही कर दिता है। इतना प्यार देंदियां। पर मैं हैरान तो उदों होया जदों कहण लगे भी अद्धा घंटा तुसीं कथा भी करते। मेरे नेत्र भर आए। मैं क्या ये नाम प्रोग्राम मैं बनाया, ये ना श्रोमणी गुरुद्वारा प्रबंधक कमेटी ने बनाया, ना तखत श्री हरमंदर जी पटना साहिब दे मुख सेवादार जथेदार अवतार सिंह हित ने भी नहीं बनाया, किसी भी नहीं बनाया। तो फिर किसने बनाया? फिर मेरे अंदरों आवाज़ आई भी ये बाला प्रीतम गुरु हरकृष्ण जी ने ही बना लिया, उन्होंने ही कृपा कर दी। मैं तो हाईवे तो पूरी स्पीड च लंघदा आ रहा सी ते उन्होंने बांह लंबी करके बांह पकड़ ली, आख्या कित्थे चलिया, पहले इत्थे आ, ए पंजोखरा मेरा थां हैगा। ये कथा तुहानू सब ने सुनाउणी है, जितने विद्वान आउणगे, बुलारे आउणगे, वक्ता आउणगे, सब ने तुहानू ये कथा सुनाउणी है। मैं सवेरे सीसगंज साहब भी सुना के आया। उत्थे आप जैसियां संगतां, खिड़े हुए चेहरे, प्रेम भिजे नेत्र, चुकिया होया शीस ते जय जयकार करदियां आ जा रही सन। बड़ा इकट्ठ होया सी ते उत्थे एक चुंच ज्ञानी विद्वान भी सी, उहदा नाम लाल चंद है। ब्राह्मण परिवार चों, बड़े वेद शास्त्र सिमरतियां उसने याद सन, उहनूं बड़े कर्म कांडां दी व्याख्या याद सी। ते उसने सोचा भी ए किहड़ा होर आ गया जिहदे इन्ने लोकी कोल आ रहे। ते आखिर एक प्रेम भिजे नेत्रां वाले चेहरे वाले सज्जन ने पूछया बई इत्थे कौन आया है? बड़ा इकट्ठ होया, अगे तो कदी नहीं होया। ते उसने अगों कहा बई ये अगे तो कदी नहीं होया, हुण होया ते हुण ही नहीं होना। ये पंडित जी जिन्ना चिर ब्रह्मंड रहना है, ये इकट्ठ होने इस तरह ही होया करना। आख्या इस तरह ही होया करना है कि कौन आया है ते इतना वड्डा बंदा? आख्या श्री गुरु हरकृष्ण साहिब जी महाराज आए हुए, गुरु नानक दा 8वां जामा आया होया। आखण लगा अच्छा मैं भी देखा।
ਸਾਹਮਣੇ ਸਿੰਘਾਸਨ ਲੱਗਿਆ ਹੋਇਆ ਸੀ ਤੇ ਉੱਤੇ ਕੋਈ ਬੈਠਾ ਹੋਇਆ ਨਹੀਂ ਸੀ। ਤੇ ਉਸਨੇ ਫਿਰ ਕਿਸੇ ਨੂੰ ਪੁੱਛਿਆ, ਬਈ ਸਿੰਘਾਸਣ ਤੇ ਤਾਂ ਕੋਈ ਨਹੀਂ ਹੈ, ਜਿਨ੍ਹਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਆਖਿਆ ਜਾਂਦਾ ਉਹ ਕਿੱਥੇ ਨੇ? ਉਹਨੇ ਸੋਚਿਆ ਕੋਈ ਵੱਡੀ ਵਿਭੂਤੀ ਮਲ ਕੇ ਕੋਈ ਵੱਡੀਆਂ ਜਟਾਵਾਂ ਵਾਲਾ ਬੈਠਾ ਹੋਵੇ। ਉਹਨਾਂ ਦਿਨਾਂ 'ਚ ਇਹੋ ਜਿਹੇ ਗੁਰੂ ਹੁੰਦੇ ਸਨ, ਜਿਵੇਂ ਅੱਜ ਕੱਲ੍ਹ ਵੀ ਬੜੇ ਫਿਰਦੇ, ਰਾਮ ਵੀ ਮੈਂ ਹੀ ਹਾਂ, ਰਹੀਮ ਵੀ ਮੈਂ ਹੀ ਹਾਂ, ਬਾਅਦ 'ਚ ਪਤਾ ਲੱਗਦਾ ਕੀ ਹੈ। ਉਹਨਾਂ ਦਿਨਾਂ ਵਿੱਚ ਵੀ ਬੜੇ ਇਸ ਤਰ੍ਹਾਂ ਦੇ ਗੁਰੂ 22 ਮੰਡੀਆਂ ਵਰਗੇ ਬੈਠੇ ਹੋਏ ਸਨ। ਉਹ ਇੱਧਰ ਉੱਧਰ ਦੇਖਿਆ ਪਰ ਨਜ਼ਰ ਕੋਈ ਨਾ ਆਇਆ। ਕਿਹਾ ਕਿੱਥੇ ਨੇ ਉਹ? ਤੇ ਇੱਕ ਸਿੱਖ ਦੀ ਗੋਦ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਬੈਠੇ ਹੋਏ ਸਨ। ਮਹਾਰਾਜ ਇਸ ਤਰ੍ਹਾਂ ਕਰਦੇ, ਫੁੱਲਾਂ ਵਾਲੀ ਛੜੀ ਰੱਖਦੇ ਸਨ, ਕਿਸੇ ਦੇ ਸਿਰ ਤੇ ਉਹ ਲਾ ਦੇਣੀ, ਕਿਸੇ ਦੇ ਹੱਥ ਲਗਾ ਦੇਣਾ, ਤੇ ਜਿਸ ਤੇ ਬਹੁਤ ਹੀ ਪ੍ਰਸੰਨ ਹੋਣਾ ਉਹਦੀ ਗੋਦ 'ਚ ਹੀ ਬੈਠ ਜਾਣਾ। ਪਾਰ ਬ੍ਰਹਮ ਪਰਮੇਸ਼ਵਰ ਇਸ ਤਰ੍ਹਾਂ ਭਾਗ ਲਾ ਦਿੰਦਾ ਹੈ, ਕਿਉਂਕਿ ਉਹ ਦਾਤਾ ਹੈ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੁ ਲੋਏ। ਉਸਨੇ ਕਿਹਾ ਮੇਰੇ ਨਾਲ ਸ਼ਾਸਤਰਾਰਥ ਕਰੋ, ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਬਹਿਸ ਕਰਨੀ ਹੈ। ਮਹਾਰਾਜ ਕਹਿੰਦੇ ਜੇ ਬਹਿਸ ਕਰਨੀ ਹੈ ਫਿਰ ਅਸੀਂ ਤਾਂ ਨਹੀਂ ਕਰਦੇ, ਬਹਿਸ ਨਹੀਂ ਕਰਨੀ ਚਾਹੀਦੀ। ਵਿਚਾਰ ਹੋਵੇ, ਤਕਰਾਰ ਨਾ ਹੋਵੇ। ਬਹਿਸ ਤਕਰਾਰ ਬਣ ਜਾਂਦੀ ਹੈ। ਬੜੇ ਸੋਹਣੇ ਇੱਕ ਆਲਮ ਦੇ ਦੋ ਬੋਲ ਨੇ, ਫਲਸਫੀ ਕੋ ਬਹਿਸ में खुदा मिलता नहीं, डोर को सुलझा रहा है और सिरा मिलता नहीं। बड़ियां बड़ियां लाइब्रेरियां भरियां होईयां ने, उन्हां नूं पढ़दे इंज लगदा जिवें कोई नीवीं बहस करदे पए। महाराज कहण लगे असीं बहस तां नहीं करदे, कि मैनूं गीता दे अर्थ सुणा सकदे हो? ऐ बालक, उसनूं कौन दसे जिन्हों तू बालक कह रहा है? ये देखण नूं जामा है एक बालक, पर असलीयत विच ये बालक नहीं, ये अनंत ब्रह्मंडां दे मालक है। गुरु हरकृष्ण साहिब जी महाराज। इन्ना बुझिया जा जकारा थोड़ी बुलाई दा हुंदा है, थोड़ा ਇਹ ਤਾਂ ਜੈਕਾਰਾ ਇਸ ਤਰ੍ਹਾਂ ਦਾ ਸੀ ਜਿਵੇਂ ਜੈਕਾਰੇ ਦਾ ਕਿਸੇ ਨੇ ਇੱਕ ਕੰਢਾ ਭੋਰ ਲਿਆ ਹੋਵੇ। ਜੈਕਾਰਾ ਵੱਡਾ ਬੁਲਾਇਆ ਕਰੋ। ਮਹਾਰਾਜ ਕਹਿਣ ਲੱਗੇ ਜੇ ਅਸੀਂ ਸੁਣਾਇਆ ਨਾ ਤੈਨੂੰ ਲੱਗੇਗਾ ਪਹਿਲੇ ਕਿਸੇ ਸਿਖਾ ਦਿੱਤਾ। ਤੇਰਾ ਤਾਰਕਿਕ ਮਸਤਕ ਹੈ ਇਹੀ ਕਹੇਗਾ। ਚੱਲ ਤੂੰ ਆਪਣੀ ਮਰਜ਼ੀ ਦਾ ਬੰਦਾ ਲਿਆ। ਗੁਰੂ ਸਾਹਿਬ ਦਿਆਲੂ ਹੋ ਗਏ। ਦੀਪਕ ਤਿਹੁ ਲੋਏ, ਬੁਝੇ ਹੋਏ ਨੇਤਰਾਂ ਨੂੰ ਦੀਪਕ ਰੋਸ਼ਨੀ ਦੇਣ ਵਾਲੇ, ਬੁਝੇ ਹੋਏ ਕੰਠ ਨੂੰ ਬੋਲਾਂ ਦਾ ਚਾਨਣ ਦੇਣ ਵਾਲੇ, ਬੁਝੇ ਹੋਏ ਸਰਵਣਾਂ ਨੂੰ ਸਰੋਤ ਦਾ ਪ੍ਰਕਾਸ਼ ਕਰ ਦੇਣ ਵਾਲੇ। ਸਰੋਤ ਦਾ ਵੀ ਪ੍ਰਕਾਸ਼ ਹੁੰਦਾ। ਉਹ ਇੱਕ ਸੱਜੂ ਨਾਮ ਦੇ ਅਖੌਤੀ ਨੀਵੀਂ ਜਾਤ ਦੇ ਬੰਦੇ ਨੂੰ ਲਿਆਇਆ, ਬਈ ਇਹਨਾਂ ਨੂੰ ਤਾਂ ਕਿਤੇ ਸ਼ਬਦ ਸ਼ਲੋਕ ਸੁਣਨ ਦਾ ਹੱਕ ਵੀ ਨਹੀਂ, ਮੰਦਰ ਵੀ ਨਹੀਂ ਜਾ ਸਕਦੇ, ਇਹਦੇ ਕੋਲੋਂ ਅਰਥ ਕਰਾਉਣਗੇ। ਮੈਂ ਜਿੱਤ ਗਿਆ। ਹੁਣ ਇਹ ਜਿੰਨੇ ਲੋਕ ਆਏ ਨੇ ਮੈਨੂੰ ਮੱਥਾ ਟੇਕਣਗੇ। ਹੁਣ ਮੈਂ ਸ਼ਾਸਤਰੀ ਹੋਵਾਂਗਾ ਤੇ ਬਾਕੀ ਸਾਰੇ ਮੇਰੇ ਵਿਦਿਆਰਥੀ ਹੋਵਣਗੇ। ਮਹਾਰਾਜ ਜੀਆਂ ਨੇ ਮਿਹਰ ਭਰੀ ਉਹ ਛੜੀ ਜਿਹੜੀ ਤੁਹਾਡੇ ਸਿਰ ਤੇ ਰੱਖ ਕੇ ਵੀ ਤੁਹਾਨੂੰ ਇੱਥੇ ਲੈ ਕੇ ਆਏ। ਤੁਸੀਂ ਆਪਣੇ ਬਲ ਨਾਲ ਥੋੜ੍ਹੀ ਆਏ, ਨਾ ਮੈਂ ਆਪਣੇ ਬਲ ਨਾਲ ਆਇਆ, ਨਾ ਆਪ ਆਪਣੇ ਬਲ ਨਾਲ ਆਏ ਹੋ। ਅਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਲ ਨਾਲ ਆਏ ਹਾਂ, ਤੇ ਬਲ ਨਾਲ ਹੀ ਨਹੀਂ ਆਏ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਨੂੰ ਆਪਣੀ ਗੋਦ ਵਿੱਚ ਬਿਠਾ ਕੇ ਲੈ ਕੇ ਆਏ ਨੇ ਤਾਂ ਪਹੁੰਚੇ। ਤੇ ਜਨਮ ਦਿਨ ਕਿਸੇ ਬਾਲਕ ਦਾ ਹੋਵੇ ਨਾ ਤੇ ਅਸੀਂ ਗਿਫਟ ਲੈ ਕੇ ਜਾਂਦੇ ਹਾਂ, ਤੋਹਫਾ ਲੈ ਕੇ ਜਾਂਦੇ ਹਾਂ। ਬਈ ਇਹ ਖਿਡੌਣਾ ਲੈ ਜਾਓ, ਇਹ ਬੱਚੇ ਦੀ ਪੈਨਸਲ ਲੈ ਜਾਓ, ਆਪਣੇ ਆਪਣੇ ਵਿੱਤ ਮੁਤਾਬਕ। ਤੇ ਅੱਜ ਅਸੀਂ ਇੱਕ ਬਾਲਕ ਦਾ ਨਹੀਂ,
ਅਨੰਤ ਬ੍ਰਹਿਮੰਡਾਂ ਦੇ ਮਾਲਕ ਦਾ ਜਨਮ ਦਿਨ ਮਨਾਉਣ ਵਾਸਤੇ ਆਏ ਆ, ਤੇ ਭਾਵੇਂ ਝੋਲੀ ਖਾਲੀ ਹੀ ਲੈ ਕੇ ਆਈਏ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਅਨੰਤ ਬਰਕਤਾਂ ਪਾ ਕੇ ਗਿਫਟ ਦੇ ਕੇ ਹੀ ਤੁਹਾਨੂੰ ਭੇਜਣਾ। ਖਾਲੀ ਝੋਲੀ ਵੀ ਕਿਸੇ ਦੀ ਨਹੀਂ ਜਾਣੀ। ਇਹ ਵੀ ਇੱਕ ਜੈਕਾਰਾ ਹੈ। ਇੱਕ ਵਾਰੀ ਆਖੋ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਛੜੀ ਰੱਖ ਦਿੱਤੀ ਤੇ ਮਿਹਰ ਦੀ ਨਜ਼ਰ ਕਰ ਦਿੱਤੀ। ਗੂੰਗਾ ਬੋਲਣ ਲੱਗ ਪਿਆ, ਬਹਿਰਾ ਸੁਣਨ ਲੱਗ ਪਿਆ, ਤੇ ਸਦੀਆਂ ਤੋਂ ਬੁਝਿਆ ਹੋਇਆ ਹਿਰਦਾ ਤਿੰਨਾਂ ਲੋਕਾਂ ਦੇ ਚਾਨਣ ਗੁਰੂ ਕੋਲੋਂ ਚਾਨਣ ਲੈ ਕੇ ਤੇ ਲਾਲ ਚੰਦ ਨੂੰ ਚਾਨਣ ਦੇਣ ਲੱਗ ਪਿਆ। ਔਰ ਇੱਥੇ ਰਾਣੀ ਦੀ ਵੀ ਪਛਾਣ ਮਹਾਰਾਜ ਨੇ ਕਰ ਦਿੱਤੀ ਸੀ। ਜਿੱਧਰ ਗਏ ਨੇ ਬਰਕਤਾਂ ਹੀ ਵੰਡੀਆਂ, ਇਨਾਇਤਾਂ ਹੀ ਵੰਡੀਆਂ। ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਕੋਲੋਂ ਸਾਨੂੰ ਦਾਤ ਪ੍ਰਾਪਤ ਹੋਵੇ। ਦਾਤਾ ਹੈ ਨਾ। ਸਦੀਵ ਕਾਲ ਲਈ ਹਿਰਦੇ ਵਿੱਚ ਸਕੂਨ ਪ੍ਰਾਪਤ ਹੋਵੇ। ਉਹ ਸਕੂਨ ਨਾਮ ਹੈਗਾ। ਗੁਰਦਾਤਾ ਗੁਰ ਹਿਵੈ ਘਰ, ਸ਼ਾਂਤੀ ਦਾ ਘਰ ਨਾਮ ਹੈਗਾ। ਬਸ 1-2 ਮਿੰਟਾਂ 'ਚ ਖਿਮਾ ਮੰਗਾਂਗਾ। ਜ਼ਿਆਦਾ ਸਮਾਂ ਮੈਂ ਆਪ ਜੀ ਦਾ ਜ਼ਾਇਆ ਨਹੀਂ ਕਰਨਾ। ਇੰਨੇ ਹੀ ਬਚਨ। ਬੜੀ ਮਿਹਰਬਾਨੀ ਹੈ ਗੁਰਮੁਖਾਂ ਦੀ। ਬਹੁਤੀ ਵਾਰੀ ਤਾਂ ਇੰਝ ਹੀ ਹੁੰਦਾ ਵੀ ਪਹਿਲੇ ਚਿੱਟ ਰੱਖ ਦਿੰਦੇ ਨੇ ਵੀ ਛੇਤੀ ਭੋਗ ਪਾ ਦਿਓ। ਇਹ ਪਹਿਲੀ ਦੂਜੀ ਵਾਰੀ ਹੋਇਆ ਵੀ ਉਹਨੇ ਕਿਹਾ ਪ੍ਰਬੰਧਕਾਰ ਵੀ ਹੋਰ ਸਮਾਂ ਲਓ। ਇੱਕ ਵਾਰੀ ਮੈਂ ਉੱਥੇ ਕਥਾ ਕਰ ਰਿਹਾ ਸੀ, ਸ਼ਹਿਰ ਦਾ ਨਾਂ ਨਹੀਂ ਲੈਣਾ, ਫਿਰ ਉਹ ਲੜ ਪੈਣਗੇ ਮੇਰੇ ਨਾਲ। ਘੰਟਾ ਮੇਰਾ ਸਮਾਂ ਸੀ ਤੇ ਉਹ 40 ਮਿੰਟਾਂ ਬਾਅਦ ਉਹਨਾਂ ਨੇ ਨਾ ਕਾਗਜ਼ ਰੱਖ ਦਿੱਤਾ ਵੀ ਭੋਗ ਪਾ ਦਿਓ। ਤੇ ਮੈਂ ਤਿਆਰੀ ਕੀਤੀ, ਸ਼ਬਦਾਂ ਨੂੰ ਸੰਕੋਚਿਆ। ਮੈਂ ਕਿਹਾ ਹੁਣ ਭੋਗ ਪਾਉਣਾ ਹੈ। ਅਜੇ ਮੈਂ ਫਤਿਹ ਨਾ ਬੁਲਾਈ ਤੇ ਉਹਨਾਂ ਨੇ ਫਿਰ ਮੇਰੇ ਕੰਨ 'ਚ ਕਿਹਾ ਵੀ 20 ਮਿੰਟ ਹੋਰ ਲਾਓ। ਮੈਂ ਖੁਸ਼ ਹੋ ਗਿਆ। ਮੈਂ ਕਿਹਾ ਆਪਣਾ ਟਾਈਮ ਜਿਹੜਾ ਮਿਲਿਆ ਸੀ ਉਹ ਫਿਰ ਮਿਲ ਗਿਆ। ਗਿਆ ਕਛੋਟਾ ਲੱਧਾ। ਫੇਰ ਜਦ ਮੈਂ 20 ਮਿੰਟਾਂ ਬਾਅਦ ਫਿਰ ਲੱਗਾ ਸਮਾਪਤੀ ਕਰਨ, ਉਹ ਫਿਰ ਮੇਰੇ ਕੋਲ ਆਏ, ਕਹਿੰਦੇ ਜੀ 20 ਮਿੰਟ ਹੋਰ ਲਾਓ। ਮੈਂ ਕਿਹਾ ਵਾਹ, ਇਹ ਤਾਂ ਬਹੁਤ ਖੁਸ਼ ਹੋਏ ਨੇ, ਬੜੇ ਕਦਰਦਾਨ ਨੇ, ਬੜੇ ਚੰਗੇ ਨੇ। ਫਿਰ 40 ਕੁ ਮਿੰਟਾਂ ਬਾਅਦ ਨਾ ਮੈਂ ਵੀ ਥੱਕ ਗਿਆ। ਮੈਂ ਕਿਹਾ ਵੀ ਹੁਣ ਬਸ ਕਰ ਦਈਏ। ਆਖਣ ਲੱਗੇ ਨਹੀਂ ਅਜੇ ਹੋਰ ਟਾਈਮ ਲਾਓ। ਮੈਂ ਫਿਰ ਇੱਕ ਭਾਈ ਗੁਰਦਾਸ ਜੀ ਦਾ ਕਵਿਤ ਸ਼ੁਰੂ ਕਰ ਲਿਆ। ਤੇ 5 ਕੁ ਮਿੰਟ ਹੋਏ ਸਨ ਤੇ ਕਹਿਣ ਲੱਗੇ ਬਈ ਭੋਗ ਪਾ ਦਿਓ। ਮੈਂ ਕਿਉਂ? ਕਹਿੰਦੇ ਜਿਹਨੂੰ ਉਡੀਕਦੇ ਸਾਂ ਉਹ ਆ ਗਿਆ। ਤੇ ਮੈਂ ਕਿਹਾ ਉਹ ਕੌਣ? ਇੱਕ ਟੁੱਟਿਆ ਹੋਇਆ ਹਾਰਿਆ ਹੋਇਆ MLA ਸੀ, ਉਹਨੂੰ ਉਡੀਕਦੇ ਪਏ ਸੀ। ਮੈਂ ਕਿਹਾ ਤੁਹਾਡਾ ਭਲਾ ਹੋ ਜਾਏ, ਇਹ ਤੁਸੀਂ ਗੁਰੂ ਵਾਸਤੇ ਤਾਂ ਦੀਵਾਨ ਲਾਇਆ ਹੀ ਨਹੀਂ, ਉਹ ਤਾਂ ਤੁਸੀਂ ਇਹਦੇ ਲਈ ਲਾਇਆ ਜਿਹਨੂੰ ਉਡੀਕਦੇ ਪਏ ਹੋ। ਪਰ ਮੈਂ ਧੰਨਵਾਦੀ ਹਾਂ, ਇੱਥੇ ਕਿਸੇ ਨੂੰ ਉਡੀਕਿਆ ਨਹੀਂ ਜਾ ਰਿਹਾ। ਇਹਨਾਂ ਨੇ ਸਮਾਂ ਹੋਰ ਦੇ ਦਿੱਤਾ। ਮੈਂ ਸ਼ੁਕਰਗੁਜ਼ਾਰ, ਮਸ਼ਕੂਰ ਤੇ ਮਮਨੂਨ ਹਾਂ। ਪੰਡਿਤ ਲਾਲ ਚੰਦ ਨੇ ਦੇਖਿਆ ਹੈ ਇਹ ਤਾਂ ਬੋਲਿਆ ਨਹੀਂ ਕਦੀ, ਇਹਨੇ ਤਾਂ ਸੁਣਿਆ ਨਹੀਂ ਕਦੀ, ਇਹ ਮੇਰੇ ਤੋਂ ਵਧੀਆ ਅਰਥ ਕਰਦਾ ਪਿਆ, ਇਹ ਕੀ ਹੋ ਗਿਆ ਹੈ? ਤੇ ਨਾਲ ਭਾਈ ਗੁਰਬਖਸ਼ ਜੀ ਸਨ, ਉਹ ਕਹਿਣ ਲੱਗੇ ਗੁਰੂ ਦੀ ਬਖਸ਼ਿਸ਼ ਹੋ ਗਈ ਹੈ। ਗੁਰੂ ਦਾਤਾ ਹੈ, ਉਹਨੇ ਦਾਨ ਦੇ ਦਿੱਤਾ ਹੈ। ਤੇ ਐਸਾ ਵੀ ਨਾ ਸੋਚਣਾ ਵੀ ਗੁਰੂ ਮੰਗੇ ਕੋਈ ਤੇ ਤਾਂ ਹੀ ਦਿੰਦਾ ਹੈ। ਸਾਹਿਬ ਕਹਿੰਦੇ ਨੇ ਉਹ ਬਿਨਾਂ ਮੰਗਿਆਂ ਵੀ ਦਿੰਦਾ ਹੈ। ਸਾਨੂੰ ਕਿੰਨੀਆਂ ਕੁ ਚੀਜ਼ਾਂ ਯਾਦ ਆਉਂਦੀਆਂ ਨੇ ਜਿਹੜੀਆਂ ਆ ਕੇ ਮੰਗਦੇ ਆ, ਥੋੜ੍ਹੀਆਂ ਬਹੁਤੀਆਂ ਯਾਦ ਹੁੰਦੀਆਂ ਨੇ, ਬਾਕੀ ਗੁਰੂ ਸਾਨੂੰ ਬਿਨਾਂ ਮੰਗਿਆਂ ਵੀ ਦੇ ਦਿੰਦਾ ਹੈ। ਤੇ ਕਿੰਨਿਆਂ ਕੁ ਨੂੰ ਦਿੰਦਾ ਹੈ ਬਿਨਾਂ ਮੰਗਿਆਂ? ਹੋ ਸਕਦਾ 2-4 ਬੰਦਿਆਂ ਨੂੰ ਬਿਨਾਂ ਮੰਗਿਆਂ ਦਿੰਦਾ ਹੋਵੇ। ਤੇ ਸਾਹਿਬ ਕਹਿੰਦੇ ਨਹੀਂ, ਅਣਮੰਗਿਆ ਦਾਨ ਦੇਵਣਾ ਸਭਨਾ ਹਾਜੀਆਂ।
जितने आए हन, जितने पहुंचे ने, वो मंगण भावें ना मंगण, जिन्हां ने गुरु हरकृष्ण साहिब जी का प्रकाश दिवस मनाउंदे होया महाराज दे चरनां ते शीस रख दिता है। गुरु हरकृष्ण जी ने उन्हें सारियां नूं ही दान दे देना है और नाम दा दान देना। सब तो वड्डा दान नाम दा ही दान है। वैसे गुरु ने तो सब कुछ दान कर दिता, अपने बच्चे, माता पिता ते स्वयं अपना शरीर भेटा कर दिता, सदके कर दिता, ते कह भी दिता इन पुत्रन के शीस पै वार दिए सुत चार। पुराने समय ना एक रिवाज होंदा सी, जद डोली लैके पुत्र घर आउंदा सी ना विआह करके, ते घर वाली दी डोली लैके घर आउंदा सी, ते माँ कुछ कौडियां कुछ पैसे उन्हां दे सिर तो इंज घुमा के ते किसी लोड़वंद नूं दे दिंदी सी। कोई 4 रुपए पैसे दे दिंदी, उन्होंने सिरवारना कहंदे सी। वो जिहड़ा सिरवारना हुंदा है ना, उन्होंने सदका भी कहंदे ने इस्लाम विच। जिहड़ा सदका हुंदा है, सिरवारना हुंदा है, वो नूं पुत्र दा मुल नहीं हुंदा। कि मुल हुंदा है, वो सिर्फ सदके करना हुंदा है, शुक्रगुजार होना हुंदा है। ते सतगुरु गुरु गोबिंद सिंह महाराज कहंदे ने, सिखा मैं तेरे तो 4 पुत्र मुल करके नहीं दिते, वार के दिते। एक बारी आखो धन गुरु गोबिंद सिंह जी महाराज। जे गल समझ आई होवे ते गज के आखो धन गुरु गोबिंद सिंह महाराज।